ਪਿਆਰੇ ਵਿਦਿਆਰਥੀਓ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਤੰਬਰ ਤੱਕ ਦੇ ਸਿਲੇਬਸ ਦੇ ਵਿੱਚੋਂ ਪੇਪਰ ਨੇ ਜਿਹੜੇ ਉਹ ਸਮਾਪਤ ਹੋ ਚੁੱਕੇ ਨੇ ਅਤੇ ਹੁਣ ਆਪਾਂ ਨੇ ਅਕਤੂਬਰ ਦਾ ਸਿਲੇਬਸ ਹੈ ਜਿਹੜਾ ਉਹ ਸ਼ੁਰੂ ਕਰਨਾ ਹੈ। ਇਸ ਅਕਤੂਬਰ ਦੇ ਸਿਲੇਬਸ ਦੇ ਵਿੱਚ ਸਭ ਤੋਂ ਪਹਿਲਾ ਪਾਠ ਆਪਣਾ ਪਾਠ 15ਵਾਂ ਰਵਿੰਦਰਨਾਥ ਟੈਗੋਰ ਹੈ। ਇਹ ਇੱਕ ਜੀਵਨੀ ਹੈ। ਜੀਵਨੀ ਸਾਹਿਤ ਦਾ ਇੱਕ ਅਜਿਹਾ ਰੂਪ ਹੁੰਦਾ ਹੈ ਜਿਸ ਦੇ ਵਿੱਚ ਕਿਸੇ ਮਹਾਨ ਸ਼ਖਸੀਅਤ ਦੇ ਬਾਰੇ ਚਾਨਣਾ ਪਾਇਆ ਗਿਆ ਹੁੰਦਾ ਹੈ, ਭਾਵ ਉਹਨਾਂ ਦੇ ਜੀਵਨ ਦੇ ਬਾਰੇ ਕੁਝ ਘਟਨਾਵਾਂ ਦਾ ਵਰਣਨ ਇਸ ਸਾਹਿਤ ਰੂਪ ਵਿੱਚ ਕੀਤਾ ਜਾਂਦਾ ਹੈ। ਆਓ ਆਪਾਂ ਪਾਠ 15ਵਾਂ ਪੜ੍ਹਨਾ ਆਰੰਭ ਕਰੀਏ। ਹਰ ਸਕੂਲ ਦੀ ਸਵੇਰ ਦੀ ਸਭਾ ਵਿੱਚ ਜਨ ਗਣ ਮਨ ਗਾਇਆ ਜਾਂਦਾ ਹੈ। ਜਨ ਗਣ ਮਨ ਦੇ ਵਿਚਕਾਰ ਜੋੜਨੀ ਲੱਗੀ ਹੋਈ ਹੈ, ਭਾਵ ਦੋ ਜੋੜਨੀਆਂ ਲੱਗੀਆਂ ਹੋਈਆਂ ਹਨ ਇੱਥੇ। ਇਹ ਸਾਡਾ ਰਾਸ਼ਟਰੀ ਗਾਨ ਹੈ, ਇਸ ਨੂੰ ਗਾਨ ਬੋਲਣਾ ਹੈ, ਗਾਣ ਨਹੀਂ ਬੋਲਣਾ। ਇਸ ਦੇ ਲੇਖਕ ਰਵਿੰਦਰਨਾਥ ਟੈਗੋਰ ਹਨ। ਬੱਚਿਓ, ਕੀ ਤੁਸੀਂ ਦੱਸ ਸਕਦੇ ਹੋ ਕਿ ਰਵਿੰਦਰਨਾਥ ਟੈਗੋਰ ਨੇ ਹੋਰ ਇੱਕ ਦੇਸ਼ ਦਾ ਰਾਸ਼ਟਰੀ ਗਾਨ ਲਿਖਿਆ ਹੈ? ਅੱਛਾ, ਨਹੀਂ ਪਤਾ ਤਾਂ ਤੁਹਾਨੂੰ ਦੱਸ ਦਈਏ ਕਿ ਰਵਿੰਦਰਨਾਥ ਟੈਗੋਰ ਨੇ ਬੰਗਲਾਦੇਸ਼, ਜੋ ਕਿ ਇੱਕ ਅਲੱਗ ਦੇਸ਼ ਹੈ, ਉਸ ਦਾ ਰਾਸ਼ਟਰੀ ਗਾਨ ਵੀ ਇਹਨਾਂ ਨੇ ਲਿਖਿਆ ਹੋਇਆ ਹੈ, ਜਿਸ ਦਾ ਨਾਂ ਹੈ ਅਮਾਰ ਸੋਨਾਰ ਬੰਗਲਾ। ਟੈਗੋਰ ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਲਿਖਦੇ ਸਨ। ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਇਹ ਸਾਹਿਤ ਦੇ ਹੀ ਰੂਪ ਹਨ, ਜਿਸ ਤਰ੍ਹਾਂ ਕਿ ਜੀਵਨੀ ਹੈ। ਇੱਕ ਪ੍ਰਸਿੱਧ ਲੇਖਕ ਹੋਣ ਦੇ ਨਾਤੇ ਉਹਨਾਂ ਨੂੰ ਗੁਰੂਦੇਵ ਟੈਗੋਰ ਕਿਹਾ ਜਾਂਦਾ ਸੀ। ਗੁਰੂਦੇਵ ਦਾ ਖਿਤਾਬ ਸੀ ਜਿਹੜਾ ਉਹਨਾਂ ਨੂੰ ਮਹਾਤਮਾ ਗਾਂਧੀ ਜੀ ਨੇ ਦਿੱਤਾ ਸੀ। ਕੱਲ੍ਹ ਤੁਸੀਂ ਜਾਣਦੇ ਹੋ ਕਿ 2 ਅਕਤੂਬਰ ਸੀ, ਜਿਸ ਨੂੰ ਅਸੀਂ ਗਾਂਧੀ ਜਯੰਤੀ ਦੇ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ। ਮਹਾਤਮਾ ਦਾ ਖਿਤਾਬ ਉਹਨਾਂ ਨੂੰ ਟੈਗੋਰ ਜੀ ਨੇ ਹੀ ਦਿੱਤਾ ਸੀ। ਗੁਰੂਦੇਵ ਰਵਿੰਦਰਨਾਥ ਟੈਗੋਰ ਦਾ ਜਨਮ 7 ਮਈ 1861 ਈਸਵੀ ਵਿੱਚ ਕੋਲਕਾਤਾ ਵਿਖੇ ਹੋਇਆ। ਇਸ ਨੂੰ ਈ ਨਹੀਂ ਬੋਲਣਾ, ਇਸ ਨੂੰ ਈਸਵੀ ਬੋਲਣਾ ਹੈ। ਈ ਨੂੰ ਛੋਟਾ ਕਰਕੇ ਲਿਖਿਆ ਗਿਆ ਹੈ। ਉਹਨਾਂ ਦੇ ਮਾਤਾ ਪਿਤਾ ਬਹੁਤ ਅਮੀਰ ਸਨ। ਮਾਤਾ ਪਿਤਾ ਦੇ ਵਿਚਕਾਰ ਜੋੜਨੀ ਲੱਗੀ ਹੋਈ ਹੈ। ਟੈਗੋਰ ਦੇ ਪਿਤਾ ਦੇਵਿੰਦਰਨਾਥ ਇੱਕ ਵੱਡੇ ਵਪਾਰੀ ਸਨ। ਟੈਗੋਰ ਦਾ ਪਾਲਣ ਪੋਸ਼ਣ ਦੇ ਵਿਚਕਾਰ ਫਿਰ ਜੋੜਨੀ ਲੱਗੀ ਹੋਈ ਹੈ। ਇਹਨਾਂ ਨੂੰ ਸਮਾਸੀ ਸ਼ਬਦ ਵੀ ਕਿਹਾ ਜਾਂਦਾ ਹੈ। ਮਾਤਾ ਪਿਤਾ ਵੀ ਸਮਾਸੀ ਸ਼ਬਦ ਹੈ। ਪਾਲਣ ਪੋਸ਼ਣ ਰਾਜਕੁਮਾਰਾਂ ਦੀ ਤਰ੍ਹਾਂ ਹੋਇਆ। ਉਹਨਾਂ ਦਾ ਘਰ ਰਾਜ ਮਹੱਲ ਵਰਗਾ ਸੀ, ਜਿਸ ਵਿੱਚ ਟੈਗੋਰ ਦਾ ਬਚਪਨ ਬੀਤਿਆ। ਟੈਗੋਰ ਦੇ 13 ਭੈਣ ਭਰਾ ਉਹਨਾਂ ਤੋਂ ਵੱਡੇ ਸਨ। ਭੈਣ ਭਰਾ ਦੇ ਵਿਚਕਾਰ ਫਿਰ ਜੋੜਨੀ ਵਿਸਰਾਮ ਚਿੰਨ੍ਹ ਜਿਹੜਾ ਹੈ ਉਹ ਲੱਗਿਆ ਹੋਇਆ ਹੈ। ਇਸ ਮਹੱਲ ਵਰਗੇ ਘਰ ਵਿੱਚ ਉਹ ਸਾਰੇ ਰਲ ਮਿਲ ਕੇ ਖੇਡਦੇ। ਰਲ ਨਹੀਂ ਕਹਿਣਾ, ਇਸ ਨੂੰ ਰਲ ਕਹਿਣਾ ਹੈ। ਰਵਿੰਦਰਨਾਥ ਟੈਗੋਰ ਨੂੰ ਜਦੋਂ ਸਕੂਲ ਪੜ੍ਹਨ ਪਾਇਆ ਗਿਆ ਤਾਂ ਸਕੂਲ ਵਿੱਚ ਉਹਨਾਂ ਦਾ ਮਨ ਨਾ ਲੱਗਿਆ, ਮਤਲਬ ਉਹਨਾਂ ਦਾ ਦਿਲ ਸੀ ਜਿਹੜਾ ਉਹ ਪੜ੍ਹਨ ਨੂੰ ਨਹੀਂ ਕਰਦਾ ਸੀ। ਉਹ ਸਕੂਲ ਨਾ ਜਾਣ ਲਈ ਕੋਈ ਨਾ ਕੋਈ ਬਹਾਨਾ ਘੜ ਲੈਂਦੇ। ਜਿਸ ਤਰ੍ਹਾਂ ਤੁਸੀਂ ਵੀ ਅਕਸਰ ਕਰਦੇ ਹੋ ਕਿ ਸਕੂਲ ਨਾ ਆਉਣ ਬਾਰੇ ਕਈ ਵਾਰ ਬਹਾਨੇ ਬਣਾ ਲੈਂਦੇ ਹੋ ਕਿ ਤੁਹਾਨੂੰ ਸਕੂਲ ਨਾ ਜਾਣਾ ਪਵੇ। ਇਸ ਤਰ੍ਹਾਂ ਹੀ ਬਚਪਨ ਵਿੱਚ ਰਵਿੰਦਰਨਾਥ ਟੈਗੋਰ ਨੇ ਵੀ ਇੱਕ ਬਹਾਨਾ ਘੜ ਲਿਆ ਸੀ। ਘੜਨ ਦਾ ਮਤਲਬ ਹੁੰਦਾ ਹੈ ਰਚ ਲਿਆ ਸੀ, ਸੋਚ ਲਿਆ ਸੀ, ਅਤੇ ਬਹਾਨੇ ਨੂੰ ਪੱਜ ਵੀ ਕਹਿ ਸਕਦੇ ਹਾਂ ਅਸੀਂ। ਇੱਕ ਦਿਨ ਉਹਨਾਂ ਨੇ ਸਕੂਲ ਨਾ ਜਾਣ ਦੀ ਵਿਉਂਤ ਬਣਾਈ।
योजना बना लई। ਉਹਨਾਂ ਆਪਣੀ ਜੁੱਤੀ ਵਿੱਚ ਪਾਣੀ ਪਾ ਲਿਆ ਤੇ ਉਹ ਜੁੱਤੀ ਪੈਰਾਂ ਵਿੱਚ ਪਾਈ ਰੱਖੀ। ਉਹਨਾਂ ਨੂੰ ਬੁਖਾਰ ਹੋ ਗਿਆ। ਬੁਖਾਰ ਖੱਖੇ ਦੇ ਪੈਰ 'ਚ ਬਿੰਦੀ ਲੱਗੇਗੀ। ਅਗਲੇ ਦਿਨ ਉਹ ਸਕੂਲ ਨਾ ਗਏ। ਅਗਲੇ ਦਿਨ ਉਹ ਸਕੂਲ ਨਾ ਗਏ। ਮਾਤਾ ਪਿਤਾ ਨੇ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਘਰ ਵਿੱਚ ਹੀ ਕਰ ਦਿੱਤਾ। ਜਿਵੇਂ ਕਿ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਮੂਸਾ ਭੱਜਿਆ ਮੌਤ ਤੋਂ, ਮੌਤ ਅੱਗੇ ਖੜੀ। ਇਸ ਦਾ ਮਤਲਬ ਹੈ ਕਿ ਜਦੋਂ ਅਸੀਂ ਕਿਸੇ ਮੁਸੀਬਤ ਤੋਂ ਭੱਜਦੇ ਹੋਈਏ ਅਤੇ ਅੱਗੋਂ ਉਹੀ ਮੁਸੀਬਤ ਫਿਰ ਟੱਕਰ ਜੇ। ਭਾਵੇਂ ਕਿ ਇਹ ਕੋਈ ਮੁਸੀਬਤ ਨਹੀਂ ਸੀ, ਪੜ੍ਹਾਈ ਜੀਵਨ ਦਾ ਆਧਾਰ ਹੁੰਦੀ ਹੈ, ਪਰ ਉਹਨਾਂ ਨੇ ਪੜ੍ਹਨ ਤੋਂ ਬਚਣ ਦਾ ਬਹਾਨਾ ਬਣਾਇਆ ਸੀ। ਪਰ ਉਸਦੇ ਮਾਤਾ ਪਿਤਾ ਅਮੀਰ ਹੋਣ ਕਾਰਨ ਉਹਨਾਂ ਨੇ ਉਸ ਦਾ ਪ੍ਰਬੰਧ ਸੀ ਜਿਹੜਾ ਪੜ੍ਹਾਈ ਦਾ ਘਰ ਵਿੱਚ ਹੀ ਕਰ ਦਿੱਤਾ। ਰਵਿੰਦਰਨਾਥ ਟੈਗੋਰ ਜਦੋਂ 11 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਜੀ ਲੰਮੇ ਸੈਰ ਸਪਾਟੇ ਲਈ ਉਹਨਾਂ ਨੂੰ ਆਪਣੇ ਨਾਲ ਲੈ ਗਏ। ਸੈਰ ਸਪਾਟਾ, ਘੁੰਮਣ ਜਾਣਾ। ਉਹ ਕਈ ਤੀਰਥ ਅਸਥਾਨਾਂ ਅਤੇ ਵੇਖਣਯੋਗ ਥਾਵਾਂ ਉੱਤੇ ਘੁੰਮਦੇ ਹੋਏ ਪੰਜਾਬ ਵਿੱਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵੀ ਗਏ। ਥਾਵਾਂ ਤੇ ਨਹੀਂ ਬੋਲਣਾ ਇਸਨੂੰ ਬੋਲਾਂਗੇ ਆਪਾਂ ਉੱਤੇ, ਕਿਉਂਕਿ ਇਸ ਦੇ ਛੁੱਟ ਮਰੋੜੀ ਲੱਗੀ ਹੋਈ ਹੈ। ਛੁੱਟ ਮਰੋੜੀ ਦਾ ਮਤਲਬ ਹੈ ਇਸ ਤੋਂ ਪਹਿਲਾਂ ਕੋਈ ਅੱਖਰ ਛੱਡਿਆ ਗਿਆ ਹੈ। ਉੱਤੇ ਬੋਲਣਾ ਹੈ। ਥਾਵਾਂ ਉੱਤੇ ਘੁੰਮਦੇ ਹੋਏ ਪੰਜਾਬ ਵਿੱਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵੀ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਦਾ ਮਤਲਬ ਹੁੰਦਾ ਸ਼ੁੱਧ ਵਾਤਾਵਰਨ ਆਲਾ ਦੁਆਲਾ ਦਾ ਉਹਨਾਂ ਦੇ ਮਨ ਉੱਤੇ ਬਹੁਤ ਅਸਰ ਹੋਇਆ। ਉਹ ਕਿੰਨਾ ਚਿਰ ਮੰਤਰ ਮੁਗਧ ਹੋ ਕੇ ਕੀਰਤਨ ਸੁਣਦੇ। ਮੰਤਰ ਮੁਗਧ, ਲੀਨ ਹੋ ਕੇ, ਮਸਤ ਹੋ ਕੇ। ਉਹ ਡਲਹੌਜ਼ੀ ਵੀ ਗਏ। ਡਲਹੌਜ਼ੀ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਘੁੰਮਣ ਲਈ ਥਾਂ ਬਣੀ ਹੋਈ ਹੈ, ਸੈਰ ਸਪਾਟੇ ਵਾਲੀ ਥਾਂ ਹੈ। ਡਲਹੌਜ਼ੀ ਵਿੱਚ ਪਹਾੜੀ ਦ੍ਰਿਸ਼ਾਂ ਅਤੇ ਝਰਨਿਆਂ ਦੀ ਕਲਕਲ ਦਾ ਮਤਲਬ ਪਾਣੀ ਦੀ ਆਵਾਜ਼। ਜਦੋਂ ਪਹਾੜਾਂ ਦੇ ਉੱਪਰੋਂ ਹੇਠਾਂ ਨੂੰ ਪਾਣੀ ਡਿੱਗਦਾ ਹੈ, ਉਸ ਦੀ ਜੋ ਆਵਾਜ਼ ਆਉਂਦੀ ਹੈ ਉਸਨੂੰ ਕਲਕਲ ਕਿਹਾ ਜਾਂਦਾ ਹੈ, ਨੇ ਉਹਨਾਂ ਦਾ ਮਨ ਮੋਹ ਲਿਆ। ਵਿਭਿੰਨ ਦਾ ਮਤਲਬ ਵੱਖ-ਵੱਖ, ਅੱਡ-ਅੱਡ। ਰਮਣੀਕ ਸੁਹਾਵਣੀਆਂ, ਜਾਂ ਅਸੀਂ ਕਹਿ ਲਈਏ ਮਨ ਨੂੰ ਮੋਹਣ ਵਾਲੀਆਂ, ਮਨਮੋਹਕ, ਸੁੰਦਰ ਥਾਵਾਂ ਦੀ ਸੈਰ ਕਰਦੇ ਜਦ ਉਹ ਘਰ ਵਾਪਸ ਪੁੱਜੇ ਤਾਂ ਉਹਨਾਂ ਨੇ ਨਿੱਕੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਇਉਂ ਟੈਗੋਰ ਨੇ ਆਪਣੀ ਸਕੂਲੀ ਵਿੱਦਿਆ ਕੁਦਰਤ ਦੇ ਅੰਗ ਸੰਗ ਰਹਿੰਦਿਆਂ ਹੀ ਪੂਰੀ ਕੀਤੀ। ਅੰਗ ਸੰਗ ਸਾਥ। ਇੱਥੇ ਸੰਗ ਦਾ ਮਤਲਬ ਹੈ ਸਾਥ। ਸੰਗ ਇੱਕ ਬਹੁਤ ਅਰਥਕ ਸ਼ਬਦ ਹੈ। ਸੰਗ ਨੂੰ ਅਸੀਂ ਸ਼ਰਮ ਵੀ ਕਹਿ ਦਿੰਦੇ ਹਾਂ, ਲੱਜਾ ਕਹਿ ਦਿੱਤਾ ਜਾਂਦਾ ਹੈ। ਸੰਗ ਦਾ ਇੱਥੇ ਮਤਲਬ ਹੈ ਨਾਲ। ਰਹਿੰਦਿਆਂ ਹੀ ਪੂਰੀ ਕੀਤੀ। ਰਵਿੰਦਰਨਾਥ ਟੈਗੋਰ ਪੜ੍ਹਨ ਲਈ ਇੰਗਲੈਂਡ ਵੀ ਗਏ, ਪਰ ਛੇਤੀ ਹੀ ਉਹ ਭਾਰਤ ਪਰਤ ਆਏ। ਪਰਤ ਆਉਣ ਦਾ ਮਤਲਬ ਵਾਪਸ ਆ ਗਏ। ਟੈਗੋਰ ਦਾ ਵਿਆਹ 1833 ਨਹੀਂ ਬੇਟਾ, ਇਹ 1833 ਨਹੀਂ ਹੈ, ਇਹ 1883 ਹੈ, ਕਿਉਂਕਿ 1861 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ। ਇਹ ਗਲਤੀ ਨਾਲ ਪ੍ਰਿੰਟ ਹੋ ਗਿਆ ਹੈ। ਇਹ 1883 ਈਸਵੀ ਹੈ। ਈਸਵੀ ਵਿੱਚ ਮ੍ਰਿਣਾਲਿਨੀ ਨਾਲ ਹੋਇਆ। ਉਦੋਂ ਟੈਗੋਰ ਦੀ ਆਯੂ 22 ਸਾਲ ਸੀ। ਦੇਖੋ 1861 ਦੇ ਵਿੱਚ ਤੁਸੀਂ 22 ਜੋੜੋਗੇ ਤਾਂ 1883 ਆ ਜਾਏਗਾ। ਆਯੂ ਮਤਲਬ ਉਮਰ। ਵਿਆਹ ਤੋਂ ਬਾਅਦ ਉਹ ਬੋਲਪੁਰ ਹੀ ਰਹਿਣ ਲੱਗੇ। ਇਸ ਖੁੱਲ੍ਹੇ ਡੁੱਲੇ ਵਾਤਾਵਰਨ ਵਿੱਚ ਉਹਨਾਂ ਨੇ ਅਨੇਕਾਂ ਰਚਨਾਵਾਂ ਰਚੀਆਂ। ਉਹਨਾਂ ਦੀ ਮਾਤ ਭਾਸ਼ਾ ਬੰਗਲਾ ਸੀ। ਜਿਸ ਤਰ੍ਹਾਂ ਆਪਣੀ ਮਾਤ ਭਾਸ਼ਾ ਪੰਜਾਬੀ ਹੈ, ਉਹਨਾਂ ਦੀ ਮਾਤ ਭਾਸ਼ਾ ਬੰਗਲਾ ਸੀ। ਉਹ ਬੰਗਲਾ ਭਾਸ਼ਾ ਵਿੱਚ ਹੀ ਲਿਖਦੇ ਸਨ। ਰਵਿੰਦਰਨਾਥ ਟੈਗੋਰ ਦੀਆਂ ਮਸ਼ਹੂਰ ਹੁੰਦੀਆਂ ਨੇ ਪ੍ਰਸਿੱਧ ਰਚਨਾਵਾਂ ਵਿੱਚ ਨਾਵਲ, ਉਹਨਾਂ ਦਾ ਨਾਵਲ ਸੀ ਲਿਖਿਆ ਹੋਇਆ। ਨਾਵਲ ਦਾ ਨਾਂ ਸੀ ਗੋਰਾ, ਅਤੇ
ਨੌਕਾ ਡੁੱਬੀ। ਨੌਕਾ ਕਿਸ਼ਤੀ ਨੂੰ ਕਿਹਾ ਜਾਂਦਾ ਹੈ। ਨਾਟਕ ਚਿਤਰਾਂਗਦਾ। ਨਾਟਕ ਅੱਗੇ ਨਾਟਕ ਦੱਸੇ ਹੋਏ ਨੇ, ਦੱਸਿਆ ਜਿਹੜਾ ਹੈ ਉਹ ਨਾਟਕ ਦਾ ਨਾਂ ਹੈ ਚਿਤਰਾਂਗਦਾ। ਚਿਤਰਾਂਗਦਾ। ਕਹਾਣੀਆਂ ਕਿਹੜੀਆਂ ਕਿਹੜੀਆਂ ਨੇ? ਕਾਬਲੀ ਵਾਲਾ, ਪੋਸਟ ਮਾਸਟਰ ਅਤੇ ਹਾਰ ਜਿੱਤ ਬਹੁਤ ਹੀ ਪ੍ਰਸਿੱਧ ਹਨ। 1913 ਈਸਵੀ ਵਿੱਚ ਗੁਰੂਦੇਵ ਟੈਗੋਰ ਦੀਆਂ ਕਵਿਤਾਵਾਂ ਦੀ ਪੁਸਤਕ, ਉਹਨਾਂ ਦੀਆਂ ਕਵਿਤਾਵਾਂ ਦੀ ਪੁਸਤਕ ਸੀ ਜਿਸ ਦਾ ਨਾਂ ਸੀ ਗੀਤਾਂਜਲੀ। ਉਸ ਦੇ ਵਿੱਚ ਕਵਿਤਾਵਾਂ ਲਿਖੀਆਂ ਹੋਈਆਂ ਸੀਗੀਆਂ। ਉਹਨਾਂ ਲਈ ਉਹਨਾਂ ਨੂੰ ਸੰਸਾਰ ਦਾ ਸਭ ਤੋਂ ਵੱਡਾ ਸਾਹਿਤਕ ਇਨਾਮ ਨੋਬਲ ਪੁਰਸਕਾਰ ਮਿਲਿਆ। ਅਲਫਰੈਡ ਨੋਬਲ ਸੀ ਜਿਹੜਾ ਇੱਕ ਵਿਗਿਆਨੀ ਸੀ, ਉਸ ਦੇ ਨਾਂ 'ਤੇ ਜਿਹੜਾ ਹੈ ਇਹ ਅਵਾਰਡ ਇਨਾਮ ਸ਼ੁਰੂ ਕੀਤਾ ਹੋਇਆ ਹੈ। ਤਾਂ ਉਹਨਾਂ ਨੂੰ ਇਹ ਸਾਹਿਤਕ ਵਿਸ਼ੇ ਦੇ ਆਧਾਰ 'ਤੇ ਉਹਨਾਂ ਨੂੰ ਇਨਾਮ ਮਿਲਿਆ ਸੀ। ਉਹ ਪਹਿਲੇ ਭਾਰਤੀ ਸੀ ਜਿਨ੍ਹਾਂ ਨੂੰ, ਜਾਂ ਪਹਿਲੇ ਏਸ਼ੀਆਈ ਹੀ ਸੀ ਬਲਕਿ, ਜਿਨ੍ਹਾਂ ਨੂੰ ਸਾਹਿਤ ਦਾ ਇਹ ਇੰਨਾ ਵੱਡਾ ਮਾਣ ਸੀ ਜਿਹੜਾ ਉਹ ਮਿਲਿਆ ਸੀ। ਇਹ ਇਨਾਮ ਮਿਲਣ ਪਿੱਛੋਂ ਗੁਰੂਦੇਵ ਟੈਗੋਰ ਦੁਨੀਆ ਭਰ ਵਿੱਚ ਪ੍ਰਸਿੱਧ ਹੋ ਗਏ। ਇਹ ਕਾਵਿ ਪੁਸਤਕ, ਕਾਵਿ ਦਾ ਮਤਲਬ ਹੁੰਦਾ ਹੈ ਕਵਿਤਾਵਾਂ ਦੀ ਪੁਸਤਕ, ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤੀ ਗਈ। ਅਨੁਵਾਦ ਦਾ ਮਤਲਬ ਟਰਾਂਸਲੇਸ਼ਨ ਕਰਨੀ, ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਦੇ ਵਿੱਚ ਬਦਲ ਦੇਣਾ। ਜਿਸ ਤਰ੍ਹਾਂ ਕਿ ਕਈ ਵਾਰ ਤੁਸੀਂ ਪੰਜਾਬੀ ਦੇ ਸ਼ਬਦ ਨੂੰ ਹਿੰਦੀ ਵਿੱਚ ਲਿਖਦੇ ਹੋ, ਹਿੰਦੀ ਦੇ ਸ਼ਬਦ ਨੂੰ ਪੰਜਾਬੀ ਵਿੱਚ ਲਿਖਦੇ ਹੋ, ਇਸੇ ਤਰ੍ਹਾਂ ਕਈ ਵਾਰ ਤੁਹਾਨੂੰ ਵਾਕ ਦਿੱਤਾ ਜਾਂਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਕਿ ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰੋ ਜਾਂ ਅੰਗਰੇਜ਼ੀ ਦੇ ਸੈਂਟੈਂਸ ਨੂੰ ਪੰਜਾਬੀ ਵਿੱਚ ਟਰਾਂਸਲੇਟ ਕਰੋ। ਰਵਿੰਦਰ ਨਾਥ ਟੈਗੋਰ ਵਧੀਆ ਅਧਿਆਪਕ ਵੀ ਸਨ। ਉਹ ਚਾਹੁੰਦੇ ਸਨ ਕਿ ਵਿਦਿਆਰਥੀ ਖੁੱਲ੍ਹੇ ਡੁੱਲੇ ਮਾਹੌਲ ਵਿੱਚ ਪੜ੍ਹਾਈ ਕਰਨ। ਇਸ ਮੰਤਵ ਦੀ ਪੂਰਤੀ ਲਈ ਗੁਰੂਦੇਵ ਟੈਗੋਰ ਨੇ ਸ਼ਾਂਤੀ ਨਿਕੇਤਨ ਨਾਂ ਦੀ ਪਾਠਸ਼ਾਲਾ ਬਣਾਈ। ਉਹਨਾਂ ਨੇ ਸਕੂਲ ਖੋਲ੍ਹਿਆ ਸੀ, ਉਸ ਸਕੂਲ ਦਾ ਨਾਂ ਕੀ ਸੀਗਾ? ਸ਼ਾਂਤੀ ਨਿਕੇਤਨ। ਇਸ ਪਾਠਸ਼ਾਲਾ ਵਿੱਚ ਕਮਰੇ ਨਹੀਂ ਸਨ, ਵਿਦਿਆਰਥੀ ਰੁੱਖਾਂ ਹੇਠ ਬੈਠ ਕੇ ਪੜ੍ਹਦੇ ਸਨ। ਇੱਥੇ ਸਾਹਿਤ, ਕਲਾ, ਸੰਗੀਤ, ਚਿੱਤਰਕਾਰੀ ਅਤੇ ਭਾਰਤੀ ਸੱਭਿਆਚਾਰ ਦੀ ਸਿੱਖਿਆ ਦਿੱਤੀ ਜਾਂਦੀ ਸੀ। ਸ਼ਾਂਤੀ ਨਿਕੇਤਨ ਵਿੱਚ ਵਿਦਿਆਰਥੀਆਂ ਨੂੰ ਜੀਵਨ ਜਾਚ ਦੇ ਵਿਚਕਾਰ ਜੋੜਨੀ ਹੈ। ਇਸ ਨੂੰ ਧਿਆਨ ਰੱਖਣਾ ਹੈ, ਅਸੀਂ ਜੀਵਨ ਜਾਚ ਬੋਲਣਾ ਹੈ, ਜਾਂਚ ਨਹੀਂ ਬੋਲਣਾ। ਜਾਂਚ ਇਨਕੁਆਇਰੀ ਹੋ ਜਾਂਦੀ ਹੈ। ਇਨਕੁਆਇਰੀ ਦਾ ਮਤਲਬ ਹੈ ਪੜਤਾਲ। ਜਦੋਂ ਆਪਾਂ ਕਿਸੇ ਚੀਜ਼ ਦੀ ਖੋਜ ਕਰਦੇ ਹਾਂ ਉਸ ਨੂੰ ਇਨਕੁਆਇਰੀ ਕਹਿ ਸਕਦੇ ਹਾਂ, ਪੜਤਾਲ ਕਹਿ ਸਕਦੇ ਹਾਂ। ਜਦੋਂ ਕਿਸੇ ਦੀ ਪੜਤਾਲ ਕੀਤੀ ਜਾਂਦੀ ਹੈ, ਕਿਸੇ ਚੀਜ਼ ਬਾਰੇ ਖੋਜ ਕੀਤੀ ਜਾਂਦੀ ਹੈ। ਦੇ ਗੁਰ ਸਮਝਾਏ। ਹੁਣ ਇਹ ਸੰਸਥਾ ਵਿਸ਼ਵ ਭਾਰਤੀ ਨਾਂ ਦੀ ਯੂਨੀਵਰਸਿਟੀ ਬਣ ਗਈ ਹੈ। ਭਾਵ ਸ਼ਾਂਤੀ ਨਿਕੇਤਨ ਜਿਹੜਾ ਸੰਸਥਾ ਉਹਨਾਂ ਨੇ ਬਣਾਈ ਸੀ, ਪਾਠਸ਼ਾਲਾ ਬਣਾਈ ਸੀ, ਉਸੇ ਸੰਸਥਾ ਦਾ ਨਾਂ ਹੁਣ ਵਿਸ਼ਵ ਭਾਰਤੀ ਹੈ ਜੋ ਕਿ ਯੂਨੀਵਰਸਿਟੀ ਬਣ ਚੁੱਕੀ ਹੈ। ਗੁਰੂਦੇਵ ਟੈਗੋਰ ਕਲਾ ਪ੍ਰੇਮੀ ਸਨ। ਉਹਨਾਂ ਨੇ ਕੁਦਰਤ ਨੂੰ ਆਪਣਾ ਸੰਗੀ ਬਣਾਇਆ। ਸੰਗੀ ਸਾਥੀ, ਸੰਗ ਸਾਥ, ਸੰਗੀ ਸਾਥੀ। ਇਸ ਲਈ ਉਹਨਾਂ ਨੇ ਕੋਮਲ ਦਿਲਾਂ ਵਾਲੇ ਬਾਲਾਂ ਨੂੰ ਕੁਦਰਤ ਨਾਲ ਜੋੜਿਆ। ਬਾਲਾਂ ਬੱਚਿਆਂ ਨੂੰ। ਭਾਵੇਂ ਉਹਨਾਂ ਨੇ ਸਿੱਧੇ ਰੂਪ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਨਹੀਂ ਲਿਆ, ਫਿਰ ਵੀ ਉਹ ਦੇਸ਼ ਆਜ਼ਾਦ ਕਰਵਾਉਣ ਪ੍ਰਤੀ ਸੋਚਦੇ ਰਹਿੰਦੇ ਸਨ। ਅੰਗਰੇਜ਼ਾਂ ਦੇ ਜ਼ੁਲਮਾਂ ਦੀ ਕਹਾਣੀ ਨੇ ਉਹਨਾਂ ਦੇ ਮਨ ਉੱਤੇ ਗਹਿਰਾ ਅਸਰ ਪਾਇਆ, ਗਹਿਰਾ ਡੂੰਘਾ। ਆਜ਼ਾਦੀ ਦੀ ਲੜਾਈ ਲੜਦਿਆਂ ਜਦ ਜ਼ਿਲ੍ਹਿਆਂ ਨਹੀਂ ਕਹਿਣਾ, ਇਸ ਨੂੰ ਜਲਿਆਂ ਬੋਲਣਾ ਹੈ। ਜਲਿਆਂ ਵਾਲੇ ਬਾਗ ਅੰਮ੍ਰਿਤਸਰ ਵਿੱਚ ਅਨੇਕਾਂ ਦੇਸ਼ ਪ੍ਰੇਮੀ ਅੰਗਰੇਜ਼ਾਂ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ। ਗੋਲੀਆਂ ਨਹੀਂ ਕਹਿਣਾ, ਗੋਲੀ ਦਾ ਮਤਲਬ ਹੁੰਦਾ ਦਾਸੀ, ਜੋ ਕਿਸੇ ਦੇ ਕੰਮ ਕਰਦੀ ਹੈ। ਰਾਜੇ ਰਾਣੀਆਂ ਦੀਆਂ ਅੱਗੇ ਰੱਖੀਆਂ ਹੁੰਦੀਆਂ ਸੀ, ਜੋ ਰਖੇਲ ਹੁੰਦੀਆਂ ਸੀ, ਉਹਨਾਂ ਨੂੰ ਦਾਸੀ ਕਹਿ ਦਿੱਤਾ ਜਾਂਦਾ ਸੀਗਾ। ਇਸ ਨੂੰ ਅਸੀਂ ਗੋਲੀ ਕਹਿਣਾ ਹੈ, ਲੱਲੇ ਪੈਰ ਬਿੰਦੀ ਲੱਗੇਗੀ, ਗੋਲੀ ਨਹੀਂ ਕਹਿਣਾ। ਗੋਲੀ ਕਹੋਗੇ ਤਾਂ ਇਸ ਦਾ ਅਰਥ ਹੀ ਬਦਲ ਜਾਏਗਾ।
ਗੋਲੀਆਂ ਨਾਲ ਸ਼ਹੀਦ ਹੋਏ ਤਾਂ ਗੁਰੂਦੇਵ ਟੈਗੋਰ ਨੇ ਰੋਸ ਵਜੋਂ ਅੰਗਰੇਜ਼ ਸਰਕਾਰ ਵੱਲੋਂ 1913, ਇੱਥੇ ਬੇਟਾ 1915 ਹੋਣਾ ਚਾਹੀਦਾ ਹੈ, ਕਿਉਂ ਈਸਵੀ 1915 ਈਸਵੀ ਵਿੱਚ ਦਿੱਤਾ ਹੋਇਆ ਸਰ ਦਾ ਖਿਤਾਬ ਮੋੜ ਦਿੱਤਾ। ਨਾਈਟਹੁੱਡ ਦਾ ਇਹਨਾਂ ਨੂੰ ਖਿਤਾਬ ਮਿਲਿਆ ਸੀ ਕਿੰਗ ਜਾਰਜ 5 ਨੇ ਦਿੱਤਾ ਸੀਗਾ। ਕਿੰਗ ਜਾਰਜ 5ਵਾਂ ਜੋ ਕਿ ਬਰਤਾਨੀਆ ਇੰਗਲੈਂਡ ਦਾ ਰਾਜਾ ਸੀਗਾ, ਉਸਨੇ 1915 ਦੇ ਵਿੱਚ ਇਹਨਾਂ ਨੂੰ ਸਰ ਦਾ ਖਿਤਾਬ ਦਿੱਤਾ ਸੀ। ਅੰਗਰੇਜ਼ੀ ਦੇ ਵਿੱਚ ਨਾਈਟਹੁੱਡ ਆਖਦੇ ਹਨ। ਇਸ ਗੱਲ ਤੋਂ ਉਹਨਾਂ ਦੇ ਮਨ ਵਿੱਚ ਵਿਕਸ ਮਤਲਬ ਪੈਦਾ ਹੋ ਰਹੇ ਦੇਸ਼ ਪ੍ਰੇਮ ਦਾ ਪਤਾ ਲੱਗਦਾ ਹੈ। ਇਸ ਮਹਾਨ ਸਾਹਿਤਕਾਰ ਦਾ 80 ਸਾਲ ਦੀ ਉਮਰ ਭੋਗ ਕੇ 1941 ਈਸਵੀ ਵਿੱਚ ਦੇਹਾਂਤ ਹੋ ਗਿਆ। ਭੋਗ ਦਾ ਇੱਥੇ ਮਤਲਬ ਹੈ ਪੂਰੀ ਕਰਕੇ, ਉਮਰ ਪੂਰੀ ਕਰਕੇ 1941 ਈਸਵੀ ਵਿੱਚ ਦੇਹਾਂਤ ਹੋ ਗਿਆ। ਦੇਹਾਂਤ ਮੌਤ ਹੋ ਗਈ, ਅਕਾਲ ਚਲਾਣਾ ਕਰ ਗਏ। ਭੋਗ ਵੈਸੇ ਇੱਕ ਬਹੁਅਰਥੀ ਸ਼ਬਦ ਹੈ ਇਹ ਵੀ, ਕਿ ਅਸੀਂ ਜਦੋਂ ਕਈ ਵਾਰ ਗੁਰਦੁਆਰਾ ਸਾਹਿਬ ਜਾਂ ਮੰਦਰ ਜਾਂਦੇ ਹਾਂ, ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ ਭੋਗ ਦਿਓ ਜਾਂ ਅਸੀਂ ਭੋਗ ਲਿਆ, ਪਰ ਇੱਥੇ ਉਮਰ ਦੇ ਭੋਗਣ ਨਾਲ ਸੰਬੰਧ ਹੈ, ਉਮਰ ਪੂਰੀ ਕਰਕੇ। ਸਮਾਜ ਨੂੰ ਸੇਧ ਦੇਣ ਵਾਲੀਆਂ ਉਹਨਾਂ ਦੀਆਂ ਲਿਖਤਾਂ ਸਾਨੂੰ ਗੁਰੂਦੇਵ ਟੈਗੋਰ ਦੀ ਸਦਾ ਯਾਦ ਦਿਵਾਉਂਦੀਆਂ ਰਹਿਣਗੀਆਂ। ਇਹ ਸੀ ਬੇਟਾ ਜੀਵਨੀ ਗੁਰੂ ਰਵਿੰਦਰਨਾਥ ਟੈਗੋਰ ਜੀ ਬਾਰੇ, ਅਤੇ ਆਪਾਂ ਨੇ ਇਹਨਾਂ ਦੀ ਜੀਵਨੀ ਪੜ੍ਹੀ ਹੈ ਅਤੇ ਉਮੀਦ ਹੈ ਤੁਸੀਂ ਬਹੁਤ ਕੁਝ ਇਹਨਾਂ ਤੋਂ ਸਿੱਖਿਆ ਹੋਵੇਗਾ ਅਤੇ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋਇਆ ਹੋਵੇਗਾ। ਇਸ ਦੇ ਪ੍ਰਸ਼ਨ ਉੱਤਰ ਹਨ ਅੱਗੇ ਪਾਠ ਅਭਿਆਸ ਦੇ, ਉਹ ਆਪਣੀਆਂ ਰਫ ਕਾਪੀਆਂ 'ਤੇ ਤੁਸੀਂ ਕਰਨ ਦੀ ਕੋਸ਼ਿਸ਼ ਕਰਨੀ ਹੈ। ਕੱਲ੍ਹ ਨੂੰ ਤੁਹਾਨੂੰ ਇਹਨਾਂ ਦੇ ਪ੍ਰਸ਼ਨ ਉੱਤਰ ਨੇ ਜਿਹੜੇ ਉਹ ਤੁਹਾਨੂੰ ਭੇਜ ਦਿੱਤੇ ਜਾਣਗੇ ਅਤੇ ਤੁਸੀਂ ਆਪਣੀ ਕਾਪੀਆਂ ਦੇ ਵਿੱਚ ਉਹਨਾਂ ਨੂੰ ਨੋਟ ਕਰ ਲੈਣਾ। ਓਕੇ ਬਾਏ ਬੇਟਾ, ਧੰਨਵਾਦ, ਥੈਂਕ ਯੂ।